topic is control word. So what is control word? In journal register organization there are total 14 selection lines. Which are the 14 selection lines? 3 selection lines are of multiplexer A whose name is cell A, 3 selection lines are of for multiplexer B whose name is cell B, and 5 selection lines are of arithmetic logic unit whose name is OPR, and 3 selection lines are of decoder D whose name is cell D. So what is the control word? Basically it is the combination of 14 selection lines of journal register organization. So the block diagram of control word is, this is the control word. ਐਕਚੁਅਲ ਦੇ ਵਿੱਚ ਕੰਟਰੋਲ ਵਰਡ ਕੀ ਹੈ ਕਿ ਜਿਹੜਾ ਆਪਣਾ ਜਨਰਲ ਰਜਿਸਟਰ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਆਪਣੀਆਂ ਟੋਟਲ 14 ਸਿਲੈਕਸ਼ਨ ਲਾਈਨ ਸੀਗੀਆਂ। 14 ਸਿਲੈਕਸ਼ਨ ਲਾਈਨ ਕਿਹੜੀਆਂ ਸੀਗੀਆਂ? ਜਿਹੜੀਆਂ 3 ਸਿਲੈਕਸ਼ਨ ਲਾਈਨਾਂ ਸੀਗੀਆਂ ਇਹ ਕਿਸ ਦੀਆਂ ਸੀਗੀਆਂ? ਸੈੱਲ A ਦੀਆਂ। 3 ਸਿਲੈਕਸ਼ਨ ਲਾਈਨਾਂ ਕਿਹਦੀਆਂ ਸੀ? ਸੈੱਲ B ਦੀਆਂ। 3 ਸਿਲੈਕਸ਼ਨ ਲਾਈਨ ਕਿਹਦੀਆਂ ਸੀਗੀਆਂ? ਸੈੱਲ D ਦੀਆਂ, ਮੀਨ ਡਿਕੋਡਰ ਦੀਆਂ, ਦੈਟ ਇਜ਼ ਸੈੱਲ D। ਤੇ ਉਸ ਤੋਂ ਬਾਅਦ 5 ਸਿਲੈਕਸ਼ਨ ਲਾਈਨਸ ਕਿਸ ਦੀਆਂ ਸੀਗੀਆਂ? ਅਰਿਥਮੈਟਿਕ ਲੌਜਿਕ ਯੂਨਿਟ, ਉਹਨਾਂ ਦਾ ਕੀ ਨਾਮ ਸੀਗਾ? OPR। So this is the control word. This is cell A, this is cell B, cell B means selector B, this is cell D which means selector D, and this is OPR. OPR mean selection lines of arithmetic logic unit. ਹੁਣ ਜਿਹੜਾ cell A ਸੀਗੀਆਂ ਇਹ ਕਿੰਨੇ ਬਿਟ ਦੀਆਂ ਸੀਗੀਆਂ? 3 ਬਿਟ। selector B ਜਿਹੜਾ ਸੀਗਾ ਇਹ ਵੀ ਕਿੰਨੇ ਬਿਟ ਦਾ ਸੀਗਾ? 3 ਬਿਟ। ਸਿਲੈਕਟਰ D ਸੀਗਾ ਇਹ ਵੀ ਕਿੰਨੇ ਬਿਟ ਦਾ ਸੀਗਾ? 3 ਬਿਟ। ਤੇ ਜਿਹੜਾ OPR ਹੈ ਇਹ ਕਿੰਨੇ ਬਿਟ ਦਾ ਸੀਗਾ? 5 ਬਿਟ। So this whole is the combination of 14 bits. So this is known as control word. So control word ਕਿੰਨੀਆਂ ਸਿਲੈਕਸ਼ਨ ਲਾਈਨਾਂ ਦਾ ਕੰਬੀਨੇਸ਼ਨ ਹੈ? 14 ਸਿਲੈਕਸ਼ਨ ਲਾਈਨਸ। ਹੁਣ ਅਗਰ ਮੰਨ ਲਓ ਕੋਈ ਮਾਈਕਰੋ ਆਪਰੇਸ਼ਨ ਹੈ, ਆਪਾਂ ਉਸਦਾ ਕੰਟਰੋਲ ਵਰਡ ਬਣਾਉਣਾ ਕਿੱਦਾਂ ਬਣਾਵਾਂਗੇ? ਜਿਸ ਤਰੀਕੇ ਮੈਂ ਇੱਕ ਐਗਜ਼ਾਮਪਲ ਲੈ ਰਹੇ ਹਾਂ। ਸਪੋਜ਼ ਆ ਆਪਰੇਸ਼ਨ ਹੈ, suppose there is a micro operation R1 R3 plus R7। ਹੁਣ ਇਸ ਮਾਈਕਰੋ ਆਪਰੇਸ਼ਨ ਦਾ ਕੀ ਮੀਨਿੰਗ ਹੈ ਕਿ ਜਿਹੜਾ ਰਜਿਸਟਰ R3 ਹੈ ਉਸ ਦੇ ਕੰਟੈਂਟਸ ਤੇ ਰਜਿਸਟਰ R7 ਇਹ ਦੋਨਾਂ ਦੇ ਕੰਟੈਂਟਸ ਐਡ ਹੋ ਕੇ ਕਿਹੜਾ ਮਾਈਕਰੋ ਆਪਰੇਸ਼ਨ ਪਰਫਾਰਮ ਹੋਇਆ? ਐਡ ਹੋਣ ਤੋਂ ਬਾਅਦ ਉਹ ਰਿਜ਼ਲਟ ਕਿਹੜੇ ਰਜਿਸਟਰ ਦੇ ਵਿੱਚ ਚਲਾ ਜਾਏਗਾ? R1। ਹੁਣ ਇਸ ਦਾ ਕੰਟਰੋਲ ਵਰਡ ਕੀ ਹੋਏਗਾ? ਇਸ ਆਪਰੇਸ਼ਨ ਦਾ ਦੇਖੋ ਕੰਟਰੋਲ ਵਰਡ ਕਿੱਦਾਂ ਲਿਖਾਂਗੇ? ਸਭ ਤੋਂ ਪਹਿਲਾਂ ਇਸੇ ਤਰੀਕੇ ਡਾਇਗਰਾਮ ਬਣਾ ਲਾਂਗੇ ਆਪਾਂ। ਪਹਿਲਾਂ ਖਾਲੀ ਡਾਇਗਰਾਮ ਬਣਾ ਲਓ। ਇਹ ਬਣਾਉਣ ਤੋਂ ਬਾਅਦ ਹੁਣ ਦੇਖੋ ਇਸ ਦਾ ਕੰਟਰੋਲ ਵਰਡ ਕਿੱਦਾਂ ਬਣਾਉਣਾ। ਹੁਣ ਦੇਖੋ ਇਸ ਦੇ ਵਿੱਚ ਜਿਹੜਾ ਸਿਲੈਕਟਰ A ਹੈ, ਸਿਲੈਕਟਰ A ਕਿਹੜੇ ਰਜਿਸਟਰ ਨੂੰ ਸਿਲੈਕਟ ਕਰੇਗਾ? R3। ਸੋ ਇਸ ਦੀਆਂ 3 ਬਿਟਸ ਕਿਹੜੀਆਂ ਹੋਣਗੀਆਂ? 0 1 1। ਸਿਲੈਕਟਰ B ਇਹ ਕਿਹੜੇ ਰਜਿਸਟਰ ਨੂੰ ਸਿਲੈਕਟ ਕਰੇਗਾ? R7। ਇਸ ਦੀਆਂ 3 ਬਿਟਸ ਕਿਹੜੀਆਂ ਹੋਣਗੀਆਂ? 1 1 1। ਸਿਲੈਕਟਰ D ਇਸਨੇ ਕਿਸ ਨੂੰ ਕਿਹੜੇ ਰਜਿਸਟਰ ਨੂੰ ਸਿਲੈਕਟ ਕਰਨਾ ਹੈ? R1। ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ? 0 0 1। ਤੇ ਉਸ ਤੋਂ ਬਾਅਦ OPR ਮੀਨ ਜਿਹੜਾ ਅਰਿਥਮੈਟਿਕ ਲੌਜਿਕ ਯੂਨਿਟ ਦਾ ਸਿਲੈਕਟਰ ਹੈ OPR 5 ਬਿਟਸ ਦਾ, ਉਸਨੇ ਕਿਹੜਾ ਮਾਈਕਰੋ ਆਪਰੇਸ਼ਨ ਪਰਫਾਰਮ ਕਰਨਾ ਹੈ? ਪਲੱਸ। ਸੋ ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ? 0 0 0 0 1 0। ਸੋ ਦਿਸ ਇਜ਼ ਦਾ ਕੰਟਰੋਲ ਵਰਡ ਆਫ ਆਪਰੇਸ਼ਨ ਦਿਸ। Similarly consider another example. Suppose consider this micro operation R4 minus R6। ਹੁਣ ਇਸ ਮਾਈਕਰੋ ਆਪਰੇਸ਼ਨ ਦਾ ਕੀ ਮੀਨਿੰਗ ਹੈ? ਇਹ ਫਰਸਟ ਐਗਜ਼ਾਮਪਲ ਸੀ। ਸਪੋਜ਼ ਦਿਸ ਇਜ਼ ਦਾ ਸੈਕੰਡ ਐਗਜ਼ਾਮਪਲ। ਇਸ ਮਾਈਕਰੋ ਆਪਰੇਸ਼ਨ ਦਾ ਮੀਨਿੰਗ ਹੈ ਕਿ ਜੋ ਕੁਝ ਰਜਿਸਟਰ R4 ਹੈ ਉਹਦੇ ਵਿੱਚੋਂ ਮਾਈਨਸ ਹੋ ਜਾਣਗੇ ਕਿਸ ਦੇ ਕੰਟੈਂਟ? ਰਜਿਸਟਰ R6। ਤੇ ਜਿਹੜਾ ਰਿਜ਼ਲਟ ਆ ਉਹ ਕਿਹੜੇ ਰਜਿਸਟਰ ਦੇ ਵਿੱਚ ਚਲਾ ਜਾਏਗਾ? R2। ਹੁਣ ਜਿਹੜੀ ਆ ਸੈਕੰਡ ਐਗਜ਼ਾਮਪਲ ਹੈ ਇਸ ਦਾ ਦੇਖੋ ਕੰਟਰੋਲ ਵਰਡ ਕਿੱਦਾਂ ਬਣੇਗਾ? ਇਟਸ ਕੰਟਰੋਲ ਵਰਡ ਇਜ਼, ਹੁਣ ਇਸ ਕੇਸ ਦੇ ਵਿੱਚ ਦੇਖੋ ਕੀ ਹੋਏਗਾ? ਸਭ ਤੋਂ ਪਹਿਲਾਂ ਦੇਖੋ, ਸਭ ਤੋਂ ਪਹਿਲਾਂ ਕਿਹੜਾ ਕੀ ਚੀਜ਼ ਹੈ? ਸਿਲੈਕਟਰ A। ਸਿਲੈਕਟਰ A ਕਿਹੜੇ ਰਜਿਸਟਰ ਨੂੰ ਸਿਲੈਕਟ ਕਰੇਗਾ? R4। ਸੋ ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ? 0 1 0। ਸਿਲੈਕਟਰ B, ਸਿਲੈਕਟਰ B ਕਿਸ ਨੂੰ ਸਿਲੈਕਟ ਕਰੇਗਾ? ਰਜਿਸਟਰ R6। ਸੋ ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ? 1 1 0। ਸਿਲੈਕਟਰ D ਇਹ ਕਿਹੜੇ ਰਜਿਸਟਰ ਨੂੰ ਸਿਲੈਕਟ ਕਰੇਗਾ? R2। ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ? 0 1 0। ਉਸ ਤੋਂ ਬਾਅਦ OPR ਮੀਨ ਅਰਿਥਮੈਟਿਕ ਲੌਜਿਕ ਯੂਨਿਟ ਦਾ ਜਿਹੜਾ ਸਿਲੈਕਟਰ ਹੈ OPR ਉਹ ਕਿਸ ਨੂੰ ਸਿਲੈਕਟ ਕਰੇਗਾ? ਕਿਹੜੇ ਮਾਈਕਰੋ ਆਪਰੇਸ਼ਨ ਨੂੰ ਸਿਲੈਕਟ ਕਰੇਗਾ? ਸਬਟ੍ਰੈਕਸ਼ਨ ਨੂੰ, ਜਿਸ ਦਾ ਕਿ ਕੋਡ ਕਿੰਨਾ ਹੁੰਦਾ? 5 ਬਿਟਸ ਕੋਡ ਕਿੰਨਾ ਹੋਏਗਾ? 0 0 1 0 1। ਸੋ ਦਿਸ ਇਜ਼ ਦਾ ਕੰਟਰੋਲ ਵਰਡ ਆਫ ਆਪਰੇਸ਼ਨ R2 arrow R4 minus R6. Now similarly consider the next operation. Suppose consider third example. Suppose R5 arrow R7। ਇਸ ਦਾ ਕੀ ਮੀਨਿੰਗ ਹੈ ਕਿ ਜੋ ਕੁਝ R7 ਰਜਿਸਟਰ 'ਚ ਹੈ
ਉਸਦੇ ਕੰਟੈਂਟਸ ਕਿਹੜੇ ਰਜਿਸਟਰ ਦੇ ਵਿੱਚ ਮੂਵ ਕਰ ਰਹੇ ਆ R5। ਹੁਣ ਇਸ ਦਾ ਕੰਟਰੋਲ ਵਰਡ ਦੇਖੋ ਕਿੱਦਾਂ ਬਣੇਗਾ। ਪਹਿਲਾਂ ਉਸੇ ਤਰੀਕੇ ਬਾਕਸ ਰੈਕਟੈਂਗੂਲਰ ਬਾਕਸ ਬਣਾ ਲਓ। ਹੁਣ ਇਸ ਕੇਸ ਦੇ ਵਿੱਚ ਦੇਖੋ ਕੀ ਹੋਏਗਾ, ਜਿਹੜਾ ਸਿਲੈਕਟਰ A ਹੈ, ਸਿਲੈਕਟਰ A ਕਿਸ ਨੂੰ ਸਿਲੈਕਟ ਕਰੇਗਾ, ਰਜਿਸਟਰ R7 ਨੂੰ। ਸੋ ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ, 111। ਸਿਲੈਕਟਰ B ਉਹ ਕਿਸ ਨੂੰ ਸਿਲੈਕਟ ਕਰੇਗਾ, ਉਹਦੇ ਹੋਰ ਕੋਈ ਰਜਿਸਟਰ ਤਾਂ ਹੈ ਹੀ ਨਹੀਂਗਾ, ਯਾਨੀ ਕਿ ਸਿਲੈਕਟਰ B ਨੇ ਕਿਸੇ ਨੂੰ ਨਹੀਂ ਸਿਲੈਕਟ ਕੀਤਾ। ਸੋ ਉਸ ਦੀਆਂ ਸਿਲੈਕਸ਼ਨ ਲਾਈਨਸ ਕੀ ਆਉਣਗੀਆਂ, 000। ਉਸ ਤੋਂ ਬਾਅਦ ਸਿਲੈਕਟਰ D ਨੇ ਕਿਸ ਨੂੰ ਸਿਲੈਕਟ ਕਰਨਾ ਹੈ, ਰਜਿਸਟਰ R5 ਨੂੰ। ਇਸ ਦੀਆਂ ਸਿਲੈਕਸ਼ਨ ਲਾਈਨਸ ਕਿਹੜੀਆਂ ਹੋਣਗੀਆਂ, 101। ਉਸ ਤੋਂ ਬਾਅਦ OPR ਨੇ ਕੀ ਕਰਨਾ ਹੈ, ਉਸਨੇ ਕਿਹੜਾ ਆਪਰੇਸ਼ਨ परफॉर्म करना है, मूवमेंट ट्रांसफर का ऑपरेशन, जिस दियां की सिलेक्शन लाइन्स किहड़ियां होणगियां 5 बिट्स दियां की होणगियां 5 zeros। so this is the control word of this operation। so this way we can write the control words of any operation।